सो प्यारी साध संगत, सो अज जो कि सतगुरु गुरु तेग बहादुर साहब जी के उच्चारण किए हुए वैरागमई सलोकां विचों अज आपां ने 51वें सलोक की विचार करनी है। 51 नंबर सलोक की उच्चारण करो एक बारी, सतनाम श्री वाहिगुरू। चिंता ताकी कीजिए जो अनहोनी होए, एह मार्ग संसार को नानक थिर नहीं कोई। धन धन सतगुरु गुरु तेग बहादुर साहब जी पवित्र सलोक के राही साढ़े उत्ते बख्शिश करते हैं कि चिंता किहड़ी चीज़ की करनी चाहिए है। चिंता उस गल की होनी चाहिए है जिहड़ी गल ना वापरन वाली होवे वो वापर जावे, या वो वापर रही होवे जिहड़ी वापरन वाली है वो नहीं सी। कहते उस गल की चिंता होनी चाहिए जिहड़ी कि जरूर ही वापर के ही रहनी है। उस गल की की चिंता, भाव जिहड़ी मौत आउणियों आउणी है उहदी की चिंता। मौत आउणियों आउणी सब पर आउणी है। आ जिहड़ा शरीर है साडा एक दिन नाश हो जाना, ये होना ही होना, नाश होना ही होना, इसकी की चिंता। जिहड़ी घटना वापरनी है उसकी क्यों चिंता कर रहे हैं सतगुरु गुरु तेग बहादुर साहब जी? क्योंकि चिंतित ही दिसै सब कोई, सारे ही चिंता विच फसे हुए हैं। चेतै एक तही सुख होए, जो मनुख एक उस प्रभु नूं सिमरदा ਉਹੀ सुखी है, बाकी सारे चिंता विच फसे हुए हैं। गुरु साहब साडियां सारियां चिंतावां दूर करते हैं। चिंता तां दूर होनी है जे असीं उस एक प्रभु नूं सिमरांगे। भगत कबीर साहब जी का भी एक शब्द है जिस विच कहंदे हन, कहंदे सुरग वास ना बाछीए, डरिए ना नरक निवास। कहते हे भाई कोई सुरग की आस ना रखो, ये ना डरो कि साडा किते नरकां विच ना निवास हो जाए। ये भी मन विचों कढ दो। सुरग की आस ना रखो, नरकां तो डरो ना। सुरग वास ना वाचीए, डरिए ना नरक निवास। होना है सो होई है, मने ना कीजे आस। किसी चीज़ की आस ना रखो, जो कुछ होना वो हो के रहना। इस करके करना की है, रमैया गुण गाइए, जाते पाइए परम निदान। उस प्रभु नाल जुड़े रहो। इको एक चिंता सानू होनी चाहिए है। एक चिंता, वो किहड़ी चिंता? किते रब ना विसर जाए, प्रभु नहीं विसरना चाहिए। इको एक सानू चिंता होनी चाहिए है, सानू गुरु ना विसर जाए, सानू रब ना विसर जाए। ये चिंता किसी विरले नूं लगदी है। ये चिंता उपजी घट में
ਜਬ ਗੁਰ ਚਰਨਨ ਅਨੁਰਾਗਿਓ। ਜਦੋਂ ਮਨੁੱਖ ਗੁਰੂ ਦੇ ਚਰਨਾਂ ਵਿੱਚ ਜੁੜ ਜਾਂਦਾ ਨਾ, ਗੁਰੂ ਦੀ ਸੰਗਤ ਕਰਨ ਲੱਗ ਜਾਂਦਾ, ਉਹਦੀਆਂ ਸਾਰੀਆਂ ਚਿੰਤਾਵਾਂ ਖਤਮ ਹੋ ਜਾਂਦੀਆਂ। ਉਸ ਨੂੰ ਇੱਕੋ ਚਿੰਤਾ ਰਹਿੰਦੀ ਹੈ, ਕਿਤੇ ਮੈਂ ਗੁਰੂ ਨਾਲੋਂ ਨਾ ਟੁੱਟ ਜਾਵਾਂ, ਕਿਤੇ ਮੇਰਾ ਨਾਗਾ ਨਾ ਪੈ ਜਾਵੇ ਅੱਜ ਗੁਰੂ ਦੀ ਸੰਗਤ ਵਿੱਚ ਜਾਣ ਤੋਂ। ਉਸ ਨੂੰ ਇਹੀ ਚਿੰਤਾ ਰਹਿੰਦੀ ਹੈ। ਇੱਕੋ ਚਿੰਤਾ ਲੱਗਣੀ ਚਾਹੀਦੀ ਹੈ ਕਿ ਮੈਂ ਗੁਰੂ ਨਾਲੋਂ ਨਾ ਟੁੱਟ ਜਾਵਾਂ, ਹੋਰ ਚਿੰਤਾ ਨਹੀਂ ਹੋਣੀ ਚਾਹੀਦੀ। ਜਦੋਂ ਮਨੁੱਖ ਨੂੰ ਇਹ ਚਿੰਤਾ ਲੱਗ ਗਈ ਤਾਂ ਇੱਕੋ ਚਿੰਤਾ ਨੇ ਸਾਡੀਆਂ ਸਾਰੀਆਂ ਚਿੰਤਾਵਾਂ ਨੂੰ ਖਤਮ ਕਰ ਦੇਣਾ। ਇਹ ਚਿੰਤਾ ਸਾਨੂੰ ਲੱਗਦੀ ਨਹੀਂ। ਜੇ ਇੱਕ ਚਿੰਤਾ ਸਾਨੂੰ ਨਾ ਲੱਗੀ ਨਾ ਤਾਂ ਬੇਅੰਤ ਚਿੰਤਾਵਾਂ ਦੇ ਵਿੱਚ ਬੰਦਾ ਘਿਰਿਆ ਹੀ ਰਹਿੰਦਾ। ਕੋਈ ਮਨੁੱਖ ਐਸਾ ਨਹੀਂ ਜਿਹੜਾ ਚਿੰਤਾਵਾਂ ਵਿੱਚ ਨਾ ਫਸਿਆ ਹੋਵੇ। ਬੇਅੰਤ ਚਿੰਤਾਵਾਂ ਚਿੰਬੜੀਆਂ ਹੋਈਆਂ, ਹਰ ਮਨੁੱਖ ਨੂੰ ਚਿੰਬੜੀਆਂ ਹੋਈਆਂ। ਪਰ ਜੇ ਸਭ ਤਰ੍ਹਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨਾ ਤਾਂ ਇੱਕ ਚਿੰਤਾ ਸਾਨੂੰ ਲਾਉਣੀ ਪੈਣੀ ਹੈ। ਉਹ ਇਹੀ ਚਿੰਤਾ ਹੈ, ਗੁਰੂ ਦੀ ਸੰਗਤ ਵਿੱਚ ਜਾਣ ਤੋਂ ਕਿਤੇ ਮੈਂ ਰਹਿ ਨਾ ਜਾਵਾਂ, ਮੈਂ ਗੁਰੂ ਨਾਲੋਂ ਟੁੱਟ ਨਾ ਜਾਵਾਂ, ਮੈਂ ਗੁਰੂ ਤੋਂ ਬੇਮੁਖ ਨਾ ਹੋ ਜਾਵਾਂ। ਇਹ ਚਿੰਤਾ ਲੱਗਣੀ ਚਾਹੀਦੀ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ, ਰਮਈਆ ਗੁਣ ਗਾਈਐ ਜਾਤੇ ਪਾਈਐ ਪਰਮ ਨਿਧਾਨ। ਉਸ ਰਾਮ ਦੇ, ਉਸ ਪ੍ਰਭੂ ਦੇ ਗੁਣ ਗਾਉਣੇ ਚਾਹੀਦੇ ਹਨ। ਉਹਦੇ ਗੁਣ ਗਾਉਣ ਨਾਲ ਉਹ ਪਰਮ ਖਜ਼ਾਨਾ ਪ੍ਰਾਪਤ ਹੋ ਜਾਂਦਾ ਹੈ, ਰੱਬ ਦੀ ਉਹ ਪ੍ਰਾਪਤੀ ਹੋ ਜਾਂਦੀ ਹੈ। ਅਕਾਲ ਪੁਰਖ ਵਾਹਿਗੁਰੂ ਦੀ ਚਰਨਾਂ ਵਿੱਚ ਨਿਵਾਸ ਹੋ ਜਾਂਦਾ, ਉਸ ਪ੍ਰਭੂ ਦੇ ਨਾਲ ਮਿਲਾਪ ਹੋ ਜਾਂਦਾ, ਜਿਸ ਨੂੰ ਕੋਈ ਚਿੰਤਾ ਨਹੀਂ ਹੈ। ਰੱਬ ਨੂੰ ਕੋਈ ਚਿੰਤਾ ਨਹੀਂ, ਗੁਰੂ ਨੂੰ ਕੋਈ ਚਿੰਤਾ ਨਹੀਂ। ਗੁਰੂ ਸਾਰੀਆਂ ਚਿੰਤਾਵਾਂ ਦੂਰ ਕਰ ਦੇਣ ਵਾਲਾ। ਦੇਖੋ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਇਸ ਸ਼ਲੋਕ ਦੇ ਵਿੱਚ ਸਾਨੂੰ ਇਹੀ ਉਪਦੇਸ਼ ਦਿੰਦੇ ਹਨ। ਕਹਿੰਦੇ ਚਿੰਤਾ ਤਾਕੀ ਕੀਜੀਐ ਜੋ ਅਨਹੋਣੀ ਹੋਏ। ਜਿਹੜੀ ਅਨਹੋਣੀ, ਨਾ ਹੋਣ ਵਾਲੀ ਗੱਲ ਹੋ ਜਾਵੇ, ਉਹਦੀ ਚਿੰਤਾ ਹੋਣੀ ਚਾਹੀਦੀ ਹੈ। ਸਭ ਕੁਝ ਉਹਦੇ ਹੁਕਮ ਵਿੱਚ ਹੋ ਰਿਹਾ, ਉਹਦੀ ਰਜ਼ਾ ਵਿੱਚ ਹੋ ਰਿਹਾ, ਜੋ ਕਿ ਹੋ ਕੇ ਰਹੇਗਾ। ਅਸੀਂ ਜੰਮੇ ਉਹਦੀ ਰਜ਼ਾ ਵਿੱਚ ਜੰਮੇ, ਉਹਦੀ ਰਜ਼ਾ ਵਿੱਚ ਹੀ ਤੁਰ ਫਿਰ ਰਹੇ। ਉਹਦੀ ਰਜ਼ਾ ਅਨੁਸਾਰ ਇੱਕ ਦਿਨ ਮਰ ਜਾਣਾ ਅਸੀਂ, ਇਸ ਜਗਤ ਵਿੱਚੋਂ ਚਲੇ ਜਾਣਾ ਸੀ। ਇਹਦੀ ਕਾਹਦੀ ਚਿੰਤਾ, ਮੌਤ ਦੀ ਕਾਹਦੀ ਚਿੰਤਾ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਹਨ, ਕਹਿੰਦੇ ਚਿੰਤਾ ਤਾਕੀ ਕੀਜੀਐ ਜੋ ਅਨਹੋਣੀ ਹੋਏ। ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਇਹ ਤਾਂ ਸਾਰੇ ਸੰਸਾਰ ਦਾ ਰਸਤਾ ਹੀ ਇਹ ਆ, ਸਾਰੇ ਸੰਸਾਰ ਦਾ ਇਹੀ ਰਸਤਾ ਹੈ, ਇਹੀ ਮਾਰਗ ਹੈ। ਜੰਮੇ, ਜਨਮ ਹੋ ਗਿਆ, ਬਚਪਨ ਆ ਗਿਆ, ਜਵਾਨੀ ਆ ਗਈ, ਬੁੱਢੇ ਹੋ ਗਏ, ਅਖੀਰ ਨੂੰ ਮਰ ਜਾਣਾ। ਕਈਆਂ ਦੇ ਉੱਤੇ ਜਵਾਨੀ ਆਉਂਦੀ ਉਹ ਨਹੀਂ ਹੈ, ਕਈਆਂ ਦੇ ਉੱਤੇ ਬਚਪਨ ਵੀ ਪੂਰਾ ਨਹੀਂ ਆਉਂਦਾ, ਪਰ ਰਸਤਾ ਸਾਰਿਆਂ ਦਾ ਇੱਕੋ ਹੈ। ਇੱਥੇ ਸਦਾ ਕਿਸੇ ਨੇ ਬੈਠੇ ਨਹੀਂ ਰਹਿਣਾ ਹੈ। ਕਹਿੰਦੇ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਇੱਥੇ ਕਿਸੇ ਨੇ ਵੀ ਸਦਾ ਟਿਕੇ ਨਹੀਂ ਰਹਿਣਾ। ਇਹ ਸਭ ਜੋ ਕੁਝ ਵੀ ਹੋ ਰਿਹਾ ਹੈ, ਉਹੀ ਕੁਝ ਹੋ ਰਿਹਾ ਹੈ ਜੋ ਹੋਣਾ ਸੀ, ਉਹੀ ਕੁਝ ਵਾਪਰਨਾ ਜੋ ਵਾਪਰਨਾ ਹੀ ਵਾਪਰਨਾ। ਇੱਕ ਥਾਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਵੀ ਬਖਸ਼ਿਸ਼ ਕਰਦੇ ਹਨ, ਮਾਈ ਹੋਣਹਾਰ ਸੋ ਹੋਈ ਹੈ। ਹੋਣਹਾਰ ਜੋ ਹੋਣ ਵਾਲਾ ਹੈ ਉਹੀ ਹੋ ਰਿਹਾ ਹੈ, ਜੋ ਜ਼ਰੂਰ ਹੋਣਾ ਸੀ। ਜੇ ਸਾਨੂੰ ਕੁਝ ਮਿਲਿਆ ਉਹ ਮਿਲਣਾ ਹੀ ਮਿਲਣਾ ਸੀ ਤਾਂ ਮਿਲਿਆ। ਜੋ ਨੁਕਸਾਨ ਹੋ ਗਿਆ ਉਹ ਹੋਣਾ ਹੀ ਹੋਣਾ ਸੀ, ਐਵੇਂ ਨਹੀਂ ਹੋਇਆ। ਜੇ ਮੇਰੀ ਇੱਜ਼ਤ ਹੋਈ ਹੈ ਤਾਂ ਉਹ ਹੋਣੀ ਓ ਹੋਣੀ ਸੀ, ਜੇ ਮੇਰੀ ਬੇਇੱਜ਼ਤੀ ਹੋਈ ਹੈ ਉਹ ਹੋਣੀ ਓ ਹੋਣੀ ਸੀ।
ਕਹਿੰਦੇ ਕੋਈ ਚਿੰਤਾ ਨਾ ਕਰੋ, ਉਹਦੇ ਹੁਕਮ ਵਿੱਚ ਹੋ ਰਿਹਾ ਸਭ ਕੁਝ, ਉਹਦੇ ਹੁਕਮ ਨੂੰ ਬੁੱਝਣਾ। ਉਹਦੀ ਦੇਖੋ ਇਸ ਸ਼ਬਦ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਬਖਸ਼ਿਸ਼ ਕਰਦੇ ਹਨ, ਮਾਈ ਹੋਣਹਾਰ ਸੋ ਹੋਈ ਹੈ। ਹੇ ਮਾਈ, ਹੇ ਮਾਂ, ਜੋ ਕੁਝ ਹੋਣ ਵਾਲਾ, ਜੋ ਕੁਝ ਹੋਣਾ ਸੀ ਉਹੀ ਹੋਇਆ, ਉਹੀ ਹੋਣਾ। ਰਾਚ ਰਿਓ ਰਚਨਾ ਪ੍ਰਭ ਆਪਣੀ, ਕਹਾਂ ਲਾਭ ਕਹਾਂ ਖੋਈਐ। ਉਹ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਆਪ ਹੀ ਸਾਰੇ ਜਗਤ ਦੀ ਰਚਨਾ ਕਰ ਰਿਹਾ ਹੈ, ਕਿਤੇ ਲਾਭ ਦੇ ਰਿਹਾ ਹੈ, ਕਹਾਂ ਲਾਭ ਕਹੀਂ ਕਹਾਂ ਖੋਈਐ। ਕਿਸੇ ਕੋਲੋਂ ਕੁਝ ਖੋ ਰਿਹਾ ਹੈ, ਕਿਸੇ ਨੂੰ ਲਾਭ ਪਹੁੰਚਾ ਰਿਹਾ ਹੈ, ਕਿਸੇ ਕੋਲੋਂ ਕੁਝ ਖੋ ਰਿਹਾ, ਉਹਦੇ ਹੁਕਮ ਵਿੱਚ ਹੋ ਰਿਹਾ। ਭਾਵ ਕਿ ਉਸ ਪ੍ਰਭੂ ਦੇ ਨਾਲ ਚਿੱਤ ਜੋੜ ਕੇ ਰੱਖੋ, ਉਹਦੀ ਯਾਦ ਵਿੱਚ ਜੋੜੋ, ਫਿਰ ਤੁਹਾਡੇ ਅੰਦਰ ਆਤਮਿਕ ਆਨੰਦ ਬਣਿਆ ਹੀ ਰਹੇਗਾ, ਹਰ ਵਕਤ ਆਤਮਿਕ ਆਨੰਦ ਬਣਿਆ ਰਹੇਗਾ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਬਦ ਹੈ, ਕਹਿੰਦੇ ਕਹਿ ਫੂਲੇ ਆਨੰਦ, ਕਿਤੇ ਤਾਂ ਬੇਅੰਤ ਖੁਸ਼ੀਆਂ, ਆਨੰਦ ਖੁਸ਼ੀਆਂ ਫੁੱਲ ਰਹੀਆਂ, ਵੱਧ ਫੁੱਲ ਰਹੀਆਂ। ਕਿਸੇ ਘਰ ਦੇ ਵਿੱਚ ਖੁਸ਼ੀਆਂ ਵੱਧ ਰਹੀਆਂ, ਆਨੰਦ ਵੱਧ ਰਹੇ ਹੈ। ਕਹਿ ਫੂਲੇ ਆਨੰਦ ਵਿਖੇ ਸੋਗ, ਕਿਤੇ ਵਿਸ਼ਿਆਂ ਵਿਕਾਰਾਂ ਕਰਕੇ ਗਮੀਆਂ ਵੱਧ ਰਹੀਆਂ। ਕਿਸੇ ਘਰ ਦੇ ਵਿੱਚ ਵਿਸ਼ੇ ਵਿਕਾਰ, ਉਹ ਵਿਸ਼ਿਆਂ ਵਿਕਾਰਾਂ ਦੇ ਕਰਕੇ ਸੋਗ ਪਿਆ ਹੋਇਆ, ਗਮੀਆਂ ਪਈਆਂ ਹੋਈਆਂ, ਚਿੰਤਾਵਾਂ ਵੱਧ ਰਹੀਆਂ। ਵਿਸ਼ੇ ਵਿਕਾਰ ਸਿੱਟ ਦਿੱਤੇ ਉਹਦੇ ਘਰ ਵਿੱਚ, ਉਹ ਵਿਸ਼ਿਆਂ ਵਿਕਾਰਾਂ ਵਿੱਚ ਫਸਿਆ ਕੋਈ ਬੰਦਾ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਹਨ, ਕਹਿੰਦੇ ਕਹਿ ਫੂਲੇ ਆਨੰਦ ਵਿਖੇ ਸੋਗ, ਕਬ ਹਸਨੋ ਕਬ ਰੋਈਐ। ਕਿਸੇ ਘਰ ਦੇ ਵਿੱਚ ਹਾਸੇ ਹੋ ਰਹੇ ਹੈ, ਹੱਸ ਰਹੇ ਹੈ, ਕਿਸੇ ਘਰ ਦੇ ਵਿੱਚ ਰੋਣਾ ਪਿੱਟਣਾ ਪਿਆ ਹੋਇਆ ਹੈ, ਸਭ ਉਹਦੇ ਹੁਕਮ ਵਿੱਚ ਹੈ। ਮਾਈ ਹੋਣਹਾਰ ਸੋ ਹੋਈ ਹੈ। ਕਿਸੇ ਘਰ ਵਿੱਚ ਹਾਸੇ ਹੋ ਰਹੇ, ਹੱਸ ਰਹੇ, ਢੋਲ ਵੱਜ ਰਹੇ, ਖੁਸ਼ੀਆਂ ਮਨਾਈਆਂ ਜਾ ਰਹੀਆਂ। ਕਿਸੇ ਘਰ ਵਿੱਚ ਰੋਣਾ ਪਿੱਟਣਾ, ਸਭ ਉਹਦੇ ਹੁਕਮ ਵਿੱਚ ਹੈ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਹਨ, ਕਹਿੰਦੇ ਕਬਹੂ ਮੈਲ ਭਰੇ ਅਭਿਮਾਨੀ, ਕਿਤੇ ਐਸੇ ਲੋਕ ਹਨ ਹੰਕਾਰ ਨਾਲ ਭਰੇ ਪਏ, ਵਿਕਾਰਾਂ ਦੀ ਮੈਲ ਨਾਲ ਭਰੇ ਪਏ। ਕਬਹੂ ਮੈਲ ਭਰੇ ਅਭਿਮਾਨੀ, ਉਹਦੇ ਹੁਕਮ ਵਿੱਚ। ਬੇਅੰਤ ਲੋਕ ਐਸੇ ਹਨ ਵਿਕਾਰਾਂ ਦੀ ਮੈਲ ਨਾਲ ਭਰੇ ਹੋਏ, ਹੰਕਾਰ ਨਾਲ ਭਰੇ ਪਏ। ਕਬ ਸਾਧੂ ਸੰਗ ਧੋਈਐ, ਕਿਤੇ ਇਹ ਵਿਕਾਰਾਂ ਦੀ ਮੈਲ ਨੂੰ, ਹੰਕਾਰ ਦੀ ਮੈਲ ਨੂੰ ਗੁਰੂ ਦੀ ਸੰਗਤ ਵਿੱਚ ਮਿਲ ਕੇ ਧੋਇਆ ਜਾ ਰਿਹਾ। ਜਿਵੇਂ ਤੁਸੀਂ ਧੋ ਰਹੇ, ਆਪਾਂ ਧੋ ਰਹੇ ਹਾਂ, ਇਹ ਮੈਲ ਧੋ ਹੋ ਰਹੀ ਹੈ। ਪਰ ਕਈ ਆਪਣੇ ਅੰਦਰ ਵਿਕਾਰਾਂ ਦੀ ਮੈਲ ਇਕੱਠੀ ਹੋ ਕਰੀ ਜਾ ਰਹੇ, ਉਹਨਾਂ ਕੋਲ ਟਾਈਮ ਹੀ ਨਹੀਂ ਹੈ ਧੋਣ ਦਾ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਹਨ, ਕਹਿੰਦੇ ਕੋਏ ਨਾ ਮੇਟੇ ਪ੍ਰਭ ਕਾ ਕੀਆ, ਦੂਸਰ ਨਾਹੀ ਅਲੋਈਐ। ਉਸ ਪ੍ਰਭੂ ਦਾ ਕੀਤਾ ਹੋਇਆ ਕੋਈ ਮੇਟ ਨਹੀਂ ਸਕੇਗਾ। ਉਸ ਪ੍ਰਭੂ ਦਾ ਕੀਤਾ ਹੋਇਆ ਕੋਈ ਮੇਟ ਨਹੀਂ ਸਕੇਗਾ। ਜੋ ਕੁਝ ਹੋਣਾ ਹੋ ਕੇ ਹਟੇਗਾ। ਜਿਹੜੀ ਇੱਜ਼ਤ ਮਿਲਣੀ ਹੈ, ਮਿਲਣੀ ਉਹ ਮਿਲਣੀ ਹੈ। ਜਿਹੜੀ ਬੇਇੱਜ਼ਤੀ ਹੋਣੀ ਹੈ, ਹੋਣੀ ਹੋਣੀ ਹੈ। ਜੋ ਲਾਭ ਮਿਲਣਾ, ਮਿਲਣਾ ਹੀ ਮਿਲਣਾ। ਜਿਹੜਾ ਨੁਕਸਾਨ ਹੋਣਾ, ਉਹ ਹੋਣਾ ਹੀ ਹੋਣਾ। ਜੋ ਦੁੱਖ ਰੋਗ ਖੁਸ਼ੀ ਗਮੀ ਮਿਲਣੀ ਹੈ, ਉਹ ਮਿਲਣੀ ਹੈ। ਇਸ ਕਰਕੇ ਜੋ ਮਨੁੱਖ ਉਸ ਪ੍ਰਭੂ ਦੇ ਨਾਲ ਜੁੜ ਜਾਂਦਾ, ਉਹ ਦੁੱਖਾਂ ਵਿੱਚ ਵੀ, ਖੁਸ਼ੀ ਗਮੀ ਦੇ ਵਿੱਚ ਵੀ, ਘਾਟੇ ਵਾਧੇ ਵਿੱਚ ਵੀ, ਇੱਜ਼ਤ ਬੇਇੱਜ਼ਤੀ ਵਿੱਚ ਵੀ ਇੱਕੋ ਜਿਹਾ ਰਹਿੰਦਾ। ਗੁਰੂ ਦੀ ਬਾਣੀ ਆਤਮਿਕ ਅਡੋਲਤਾ ਬਖਸ਼ਦੀ ਹੈ।
ਆਤਮਿਕ ਆਨੰਦ ਬਖਸ਼ਦੀ ਹੈ। ਆਤਮਾ ਨੂੰ ਮਜ਼ਬੂਤ ਕਰਦੀ ਹੈ ਗੁਰੂ ਦੀ ਬਾਣੀ। ਆਤਮਿਕ ਬਲ ਮਜ਼ਬੂਤ ਕਰਦੀ ਹੈ ਗੁਰੂ ਦੀ ਬਾਣੀ। ਜੋ ਮਨੁੱਖ ਗੁਰੂ ਦੀ ਬਾਣੀ ਨੂੰ ਸਮਝਦਾ ਨਾ, ਜੁੜਦਾ, ਉਹ ਆਤਮਿਕ ਤੌਰ 'ਤੇ ਬਲਵਾਨ ਹੋ ਜਾਂਦਾ। ਉਹਦੀ ਆਤਮਾ ਬਲਵਾਨ ਹੋ ਜਾਂਦੀ ਹੈ, ਡੋਲਦਾ ਨਹੀਂ ਹੈ। ਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇ ਸ਼ਲੋਕਾਂ ਦੇ ਰਾਹੀਂ ਸਾਡੀ ਆਤਮਾ ਨੂੰ ਬਲਵਾਨ ਬਣਾਉਣਾ ਚਾਹੁੰਦੇ ਹਨ। ਉਸਦੀ ਆਤਮਾ ਬਲਵਾਨ ਹੋ ਜਾਂਦੀ ਹੈ। ਦੁੱਖਾਂ ਵਿੱਚ ਵੀ, ਸੁੱਖਾਂ ਵਿੱਚ ਵੀ, ਘਾਟੇ ਵਿੱਚ ਵੀ, ਵਾਧੇ ਵਿੱਚ ਵੀ, ਇੱਜ਼ਤ ਵਿੱਚ ਵੀ, ਬੇਇੱਜ਼ਤੀ ਵਿੱਚ ਵੀ, ਕੁਛ ਵੀ ਹੋਵੇ ਪਰਵਾਹ ਨਹੀਂ ਕਰਦਾ ਉਹ ਮਨੁੱਖ ਜਿਸ ਦੀ ਆਤਮਾ ਬਲਵਾਨ ਹੈ। ਆਤਮਿਕ ਤੌਰ 'ਤੇ ਅਸੀਂ ਸਰੀਰਕ ਤੌਰ 'ਤੇ ਤਾਂ ਤਕੜੇ ਸਾਰੇ, ਪਰ ਆਤਮਿਕ ਤੌਰ 'ਤੇ ਗੁਰੂ ਸਾਹਿਬ ਸਾਡੀ ਆਤਮਾ ਨੂੰ ਮਜ਼ਬੂਤ ਬਣਾਉਣਾ ਚਾਹੁੰਦੇ ਹਨ। ਸੋ ਸਤਿਗੁਰੂ ਜੀ ਕਹਿੰਦੇ ਹਨ, ਕਹਿੰਦੇ ਚਿੰਤਾ ਤਾਕੀ ਕੀਜੀਐ। ਚਿੰਤਾ ਤਾਂ ਉਸ ਗੱਲ ਦੀ ਕਰੋ ਜਿਹੜੀ ਨਾ ਹੋਣ ਵਾਲੀ ਗੱਲ ਹੋਵੇ। ਚਿੰਤਾ ਤਾਕੀ ਕੀਜੀਐ ਜੋ ਅਨਹੋਣੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਇਹ ਤਾਂ ਸਭ ਸੰਸਾਰ ਦਾ ਇੱਕੋ ਮਾਰਗ ਹੈ। ਸਾਰਿਆਂ ਨੇ ਇੱਧਰ ਨੂੰ ਹੀ ਜਾਣਾ, ਮੌਤ ਆਉਣੀ ਆਉਣੀ ਹੈ। ਅਗਲੇ ਸ਼ਲੋਕ ਦੇ ਵਿੱਚ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ। ਕਹਿੰਦੇ ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੈ ਕਾਲ, ਨਾਨਕ ਹਰ ਗੁਣ ਗਾਏ ਲੈ, ਛਾੜ ਸਗਲ ਜੰਜਾਲ। ਹੁਣ ਇਸ ਸ਼ਲੋਕ ਦੇ ਵਿੱਚ ਵੀ ਸਤਿਗੁਰੂ ਜੀ ਇਹੀ ਵਿਚਾਰ ਦਿੰਦੇ ਹਨ ਸਾਨੂੰ। ਕਹਿੰਦੇ ਜੋ ਉਪਜਿਓ, ਜੋ ਵੀ ਪੈਦਾ ਹੋਇਆ ਨਾਸ ਹੋ ਜਾਣਾ ਉਹਨੇ। ਜੋ ਵੀ ਪੈਦਾ ਹੋਇਆ, ਸਾਰੇ ਜੀ ਜੰਤ, ਹੋਰ ਵੀ ਜੋ ਕੁਝ ਵੀ ਦਿਖ ਰਿਹਾ ਹੈ, ਸਭ ਨਾਸਵਾਨ ਹੈ। ਕੋਈ ਚੀਜ਼ ਵੀ ਸਦਾ ਕਾਇਮ ਰਹਿਣ ਵਾਲੀ ਨਹੀਂ ਹੈ। ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੈ ਕਾਲ। ਪਰੋ ਨਾਸ ਹੋ ਜਾਣਾ ਹੈ, ਪਰੋ ਦਾ ਅਰਥ ਵੀ ਨਾਸ ਹੋ ਜਾਣਾ ਹੈ। ਆਜ ਕੈ ਕਾਲ, ਅੱਜ ਜਾਂ ਭਲਕੇ, ਅੱਜ ਜਾਂ ਕੱਲ੍ਹ, ਇਹ ਨਾਸ ਹੋ ਜਾਣਾ। ਜੋ ਵੀ ਦਿਖ ਰਿਹਾ ਹੈ, ਕੋਈ ਚੀਜ਼ ਵੀ ਸਦਾ ਕਾਇਮ ਰਹਿਣ ਵਾਲੀ ਨਹੀਂ ਹੈ। ਇੱਕੋ ਇੱਕ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਹੈ, ਵਾਹਿਗੁਰੂ ਦਾ ਨਾਮ ਹੈ। ਸਤਿਗੁਰੂ ਜੀ ਕਹਿੰਦੇ ਪ੍ਰਭੂ ਨਾਲੋਂ ਨਾ ਟੁੱਟੋ, ਪ੍ਰਭੂ ਦੀ ਯਾਦ ਵਿੱਚ ਜੁੜੇ ਰਹੋ। ਪਰਿਵਾਰ ਵਿੱਚ ਰਹਿੰਦੇ ਹੋਏ, ਸੰਸਾਰ ਵਿੱਚ ਰਹਿੰਦੇ ਹੋਏ, ਕੰਮਕਾਰ ਕਰਦੇ ਹੋਏ, ਬੱਚਿਆਂ ਵਿੱਚ ਰਹਿੰਦੇ ਹੋਏ, ਨੌਕਰੀ ਕਰਦੇ ਹੋਏ, ਦੁਕਾਨਦਾਰੀ, ਕੋਈ ਵੀ ਕਿੱਤਾ ਕਰਦੇ ਹੋਏ, ਪ੍ਰਭੂ ਨੂੰ ਨਾ ਵਿਸਾਰੋ। ਉਹੀ ਸਦਾ ਕਾਇਮ ਰਹਿਣ ਵਾਲਾ, ਜਿਹੜਾ ਉਹਦੇ ਚਰਨਾਂ ਨਾਲ ਜੁੜ ਜਾਂਦਾ, ਉਹ ਵੀ ਸਦਾ ਕਾਇਮ ਰਹਿਣ ਵਾਲਾ ਹੋ ਜਾਂਦਾ, ਜੰਮਣ ਮਰਨ ਦੇ ਗੇੜ 'ਚੋਂ ਨਿਕਲ ਜਾਂਦਾ। ਇਹਨਾਂ ਗੱਲਾਂ ਨੂੰ ਅਸੀਂ ਸਮਝਣਾ। ਜੋ ਗੁਰੂ ਦੀ ਬਾਣੀ ਸਾਨੂੰ ਸਮਝਾ ਰਹੀ ਹੈ ਨਾ, ਕੋਈ ਸੇਧ ਦੇ ਰਹੀ ਹੈ, ਉਹ ਸਮਝਣੀ ਹੈ। ਗੁਰੂ ਸਾਨੂੰ ਸਮਝਾ ਕੀ ਰਿਹਾ ਹੈ। ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੈ ਕਾਲ, ਨਾਨਕ ਹਰ ਗੁਣ ਗਾਏ ਲੈ, ਛਾੜ ਸਗਲ ਜੰਜਾਲ। ਦੋਹਰਾ, ਅੱਗੇ ਦੋਹਰਾ। ਬਲ ਛੁਟ ਕਿਉ ਬੰਧਨ ਪਰੇ, ਕਛੂ ਨਾ ਹੋਤਿ ਉਪਾਏ। ਕਉ ਨਾਨਕ ਅਬ ਓਟ ਹਰ, ਗਜ ਜਿਉ ਹੋ ਸਹਾਏ। ਇਸ ਸ਼ਲੋਕ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਜੋ ਸਾਨੂੰ ਸਮਝਾਉਂਦੇ ਹਨ, ਕਹਿੰਦੇ ਬਲ ਛੁੱਟ ਕੇ ਉਹ ਬੰਧਨ ਪਰੇ। ਦੇਖੋ ਮਨੁੱਖ ਨਾ ਆਪਣੇ ਸਰੀਰ ਨੂੰ ਤਾਂ ਬੜਾ ਮਜ਼ਬੂਤ ਬਣਾਉਂਦਾ। ਦੇਖੋ ਆਪਾਂ ਖੁਰਾਕ ਦਾ ਬੜਾ ਧਿਆਨ ਰੱਖਦੇ ਹਾਂ ਕਿ ਵਧੀਆ ਖੁਰਾਕ ਖਾਈਏ,
ਕਾਹਦੇ ਵਾਸਤੇ? ਸਾਡਾ ਸਰੀਰ ਠੀਕ ਰਹੇ, ਤੰਦਰੁਸਤ ਰਹੇ। ਬੜਾ ਧਿਆਨ ਦਿੰਦੇ ਕਿ ਵਧੀਆ ਕਿਹੜੀ ਦਵਾਈ ਚੰਗੀ, ਤਾਕਤ ਕਿਹੜੀ ਚੀਜ਼ ਵਿੱਚ ਤਾਕਤ ਹੈ। ਫਿਰ ਆਪਾਂ ਯੋਗਾ ਵੀ ਕਰਦੇ ਬੇਅੰਤ ਲੋਕ, ਸੈਰ ਕਰੀ ਦੀ ਹੈ। ਕਾਹਦੇ ਵਾਸਤੇ ਕਰਦੇ ਸੈਰ? ਸਾਡਾ ਸਰੀਰ ਠੀਕ ਰਹੇ। ਪਰ ਜਿੰਨਾ ਮਰਜ਼ੀ ਸਰੀਰ ਠੀਕ ਕਰ ਲਿਓ, ਹੋਣਾ ਨਾਸ ਹੈ ਨਹੀਂ। ਜਿੱਥੇ ਸਰੀਰ ਨੂੰ ਯੋਗੇ ਦੀ ਲੋੜ ਆ ਨਾ, ਯੋਗਾ ਦੀ ਲੋੜ ਆ। ਪਰ ਯੋਗਾ ਕਰਦੇ ਲੋਕ ਸਰੀਰ ਨੂੰ ਮਜ਼ਬੂਤ ਕਰਨ ਵਾਸਤੇ, ਆਤਮਾ ਵੀ ਯੋਗਾ ਮੰਗਦੀ ਹੈ। ਜਿੱਥੇ ਸਰੀਰਕ ਆਪਾਂ ਸੈਰ ਕਰਦੇ ਹਾਂ ਨਾ, ਉੱਥੇ ਆਤਮਾ ਦੀ ਵੀ ਸੈਰ ਕਰਾਓ। ਆਤਮਾ ਦੀ ਸੈਰ ਹੋ ਰਹੀ ਹੈ। ਸੁਰਤੀ ਬਿਰਤੀ ਨੂੰ ਗੁਰੂ ਦੇ ਸ਼ਬਦ ਨਾਲ ਜੋੜਨਾ। ਜਦੋਂ ਆਪਾਂ ਗੁਰੂ ਦੇ ਸ਼ਬਦ ਨਾਲ ਜੁੜਦੇ ਹਾਂ ਨਾ, ਸਾਡੀ ਆਤਮਾ ਦੀ ਸੈਰ ਹੋ ਰਹੀ ਹੈ, ਸਾਡੀ ਆਤਮਾ ਮਜ਼ਬੂਤ ਹੁੰਦੀ ਜਾ ਰਹੀ ਹੈ। ਪਰ ਜਿਨ੍ਹਾਂ ਨੇ ਆਪਣੀ ਆਤਮਾ ਨੂੰ ਮਜ਼ਬੂਤ ਨਹੀਂ ਕੀਤਾ, ਸਰੀਰ ਨੂੰ ਜਿੰਨਾ ਮਰਜ਼ੀ ਮਜ਼ਬੂਤ ਕਰ ਲਓ, ਬੜੇ ਬੜੇ ਯੋਧੇ ਸੂਰਵੀਰ ਸਭਨਾਂ ਦੇ ਸਰੀਰ ਮਿੱਟੀ 'ਚ ਮਿਲੇ, ਸਾਡਾ ਵੀ ਮਿਲ ਜਾਣਾ। ਕਿੰਨਾ ਕੁ ਚਿਰ ਸਾਂਭਾਂਗੇ ਅਸੀਂ ਇਸ ਨੂੰ? ਇਸ ਕਰਕੇ ਜਿੱਥੇ ਸਰੀਰ ਨੂੰ ਅਸੀਂ ਮਜ਼ਬੂਤ ਬਣਾਉਣਾ ਚਾਹੁੰਦੇ ਹਾਂ, ਸਰੀਰ ਲਈ ਇੰਨਾ ਕੁਛ ਕਰਦੇ ਹਾਂ, ਕਸਰਤ ਕਰਦੇ ਹਾਂ, ਵਧੀਆ ਖੁਰਾਕਾਂ ਖਾਂਦੇ ਹਾਂ, ਵਧੀਆ ਦਵਾਈਆਂ ਦੀ ਵਰਤੋਂ ਕਰਦੇ ਹਾਂ, ਉੱਥੇ ਆਪਣੀ ਆਤਮਾ ਵੱਲ ਵੀ ਦੇਖੋ। ਇੱਥੇ ਸਤਿਗੁਰੂ ਜੀ ਕੀ ਕਹਿੰਦੇ ਹਨ? ਕਹਿੰਦੇ ਬਲ ਛੁੱਟ ਕਿਓ ਆਤਮਿਕ ਤਾਕਤ ਅਕਾਲ ਪੁਰਖ ਵਾਹਿਗੁਰੂ ਨਾਲੋਂ ਵਿਛੜ ਕੇ ਜਿਨ੍ਹਾਂ ਨੇ ਪ੍ਰਭੂ ਦੇ ਨਾਮ ਨੂੰ ਛੱਡ ਦਿੱਤਾ, ਉਹਨਾਂ ਦੀ ਆਤਮਾ ਕਮਜ਼ੋਰ ਹੋ ਜਾਂਦੀ ਹੈ। ਬਲ ਛੁੱਟ ਕਿਓ, ਬਲ ਆਤਮਾ ਦਾ ਬਲ, ਆਤਮਾ ਦੀ ਤਾਕਤ ਖਤਮ ਹੋ ਜਾਂਦੀ ਹੈ। ਉਹਨਾਂ ਦੀ ਆਤਮਾ ਕਮਜ਼ੋਰ ਹੋ ਜਾਂਦੀ ਹੈ। ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਭੂ ਦਾ ਪਿਆਰ ਨਹੀਂ ਹੈ, ਜਿਵੇਂ ਆਪਾਂ ਸ਼ਲੋਕ ਪੜ੍ਹਦੇ ਹਾਂ ਨਾ ਕਿ ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਧਨਵੰਤ ਮਿਰਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਜੇ ਹਿਰਦੇ ਵਿੱਚ ਪ੍ਰਭੂ ਦਾ ਪਿਆਰ ਨਹੀਂ ਹੈ, ਆਤਮਾ ਤਾਂ ਮਰੀ ਪਈ ਹੈ। ਸਰੀਰ ਨੂੰ ਬਥੇਰਾ ਤਕੜਾ ਬਣਾ ਰਿਹਾ, ਸਰੀਰ ਨੂੰ ਬਥੇਰੀਆਂ ਖੁਰਾਕਾਂ ਦੇ ਰਿਹਾ, ਆਤਮਾ ਮਰੀ ਪਈ ਹੈ, ਆਤਮਾ ਕਮਜ਼ੋਰ ਹੋਈ ਪਈ ਹੈ। ਆਪਣੀ ਆਤਮਾ ਵੀ ਮਜ਼ਬੂਤ ਕਰਨੀ ਹੈ। ਸਤਿਗੁਰੂ ਜੀ ਕਹਿੰਦੇ ਹਨ ਜਿਨ੍ਹਾਂ ਦੀ ਆਤਮਾ ਕਮਜ਼ੋਰ ਹੈ, ਜਿਨ੍ਹਾਂ ਦਾ ਆਤਮਿਕ ਬਲ ਖਤਮ ਹੋ ਗਿਆ, ਉਹਨਾਂ ਦੀ ਆਤਮਾ ਦੇ ਉੱਤੇ ਬੇਅੰਤ ਬੰਧਨ ਪੈ ਜਾਂਦੇ ਹਨ, ਵਿਕਾਰਾਂ ਦੇ ਬੰਧਨ। ਕਹਿੰਦੇ ਬਲ ਛੁੱਟ ਕੇ ਉਹ ਬੰਧਨ ਪਰੇ। ਜਿਨ੍ਹਾਂ ਦੀ ਆਤਮਿਕ ਬਲ ਕਿਹੜਾ? ਜਿਨ੍ਹਾਂ ਨੇ ਗੁਰੂ ਨੂੰ ਛੱਡ ਦਿੱਤਾ, ਜਿਹੜੇ ਪ੍ਰਭੂ ਨਾਲੋਂ ਟੁੱਟੇ ਹੋਏ, ਵਾਹਿਗੁਰੂ ਦੇ ਨਾਮ ਨਾਲੋਂ ਟੁੱਟੇ ਹੋਏ, ਉਹਨਾਂ ਦੀ ਆਤਮਾ ਦੇ ਉੱਤੇ ਬੇਅੰਤ ਬੰਧਨ ਪੈ ਜਾਂਦੇ ਹਨ। ਬੰਧਨਾਂ ਵਿੱਚ ਜਕੜੀ ਜਾਂਦੀ ਉਹਨਾਂ ਦੀ ਆਤਮਾ। ਜਿਨ੍ਹਾਂ ਨੇ ਪ੍ਰਭੂ ਦੇ ਨਾਮ ਨੂੰ ਵਿਸਾਰ ਦਿੱਤਾ, ਜਿਨ੍ਹਾਂ ਨੇ ਗੁਰੂ ਨੂੰ ਛੱਡ ਦਿੱਤਾ, ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਨੂੰ ਵਿਸਾਰ ਦਿੱਤਾ ਨਾ, ਕਹਿੰਦੇ ਉਹਨਾਂ ਦੀ ਆਤਮਾ ਕਮਜ਼ੋਰ ਹੋ ਜਾਂਦੀ ਹੈ ਅਤੇ ਉਹਨਾਂ ਦੀ ਆਤਮਾ ਫਿਰ ਬੰਧਨਾਂ ਦੇ ਵਿੱਚ ਜਕੜੀ ਜਾਂਦੀ ਹੈ। ਬੰਧਨ ਪਰੇ ਕਛੂ ਨਾ ਹੋਤ ਉਪਾਏ, ਫਿਰ ਉਹ ਬੰਧਨ ਕੱਟੇ ਨਹੀਂ ਜਾ ਸਕਦੇ, ਕਿਉਂਕਿ ਆਤਮਾ ਕਮਜ਼ੋਰ ਹੈ। ਆਤਮਾ ਕਮਜ਼ੋਰ ਹੈ। ਇਹ ਕਮਜ਼ੋਰ ਆਤਮਾ ਫਿਰ ਉਹ ਵਿਕਾਰਾਂ ਦੇ ਬੰਧਨ ਕੱਟ ਨਹੀਂ ਸਕਦੀ, ਬੰਧਨਾਂ ਵਿੱਚ ਜਕੜੀ ਰਹਿੰਦੀ ਹੈ। ਕਹਿੰਦੇ ਕਛੂ ਨਾ ਹੋਤ ਉਪਾਏ, ਫਿਰ ਕੋਈ ਉਪਾਅ ਨਹੀਂ ਕੀਤਾ ਜਾ ਸਕਦਾ, ਬਚਿਆ ਨਹੀਂ ਜਾ ਸਕਦਾ। ਫਿਰ ਸਤਿਗੁਰੂ ਜੀ ਕਹਿੰਦੇ ਹਨ ਫਿਰ ਇੱਕੋ ਇੱਕ ਤਰੀਕਾ ਹੈ, ਕਉ ਨਾਨਕ ਅਬ ਓਟ ਹਰ ਗਜ ਜਿਉ ਹੋ ਸਹਾਈ। ਫਿਰ ਤਾਂ ਇੱਕੋ ਇੱਕ ਉਸ ਪ੍ਰਭੂ ਦੇ ਅੱਗੇ ਬੇਨਤੀ ਕਰਨੀ ਚਾਹੀਦੀ ਹੈ, ਉਸ ਰੱਬ ਨਾਲ ਜੁੜਨਾ ਚਾਹੀਦਾ ਹੈ, ਉਸ ਪ੍ਰਭੂ ਦੇ ਅੱਗੇ ਬੇਨਤੀ ਕਰਨੀ ਚਾਹੀਦੀ ਹੈ, ਉਹਦਾ ਆਸਰਾ ਲੈਣਾ ਚਾਹੀਦਾ ਹੈ ਕਿ ਹੇ ਅਕਾਲ ਪੁਰਖ ਵਾਹਿਗੁਰੂ, ਹੁਣ ਤਾਂ ਤੇਰਾ ਹੀ ਸਹਾਰਾ, ਤੇਰਾ ਹੀ ਆਸਰਾ ਹੈ, ਮੇਰੀ ਮਦਦ ਕਰੋ, ਮੈਨੂੰ ਵਿਕਾਰਾਂ ਤੋਂ ਬਚਾਓ, ਮੇਰੇ ਬੰਧਨ ਕੱਟੋ।
ਜਿਵੇਂ ਹਾਥੀ ਦੇ ਕੱਟੇ ਸਨ, ਗਜ ਜਿਉ ਹੋ ਸਹਾਏ। ਜਦੋਂ ਹਾਥੀ ਨੇ ਪੁਕਾਰ ਕੀਤੀ ਸੀ, ਜਦੋਂ ਤੰਦੂਏ ਨੇ ਆਪਣੇ ਤੰਦਾਂ ਦੇ ਵਿੱਚ ਹਾਥੀ ਨੂੰ ਪਕੜ ਲਿਆ ਸੀ, ਤਲਾਬ ਵਿੱਚ ਨਹਾਉਣ ਗਿਆ ਸੀ, ਹਾਥੀ ਨੂੰ ਬੜਾ ਹੰਕਾਰ ਸੀ ਕਿ ਮੇਰੇ ਵਰਗਾ ਤਾਕਤਵਰ ਕੋਈ ਨਹੀਂ ਹੈ। ਜਦੋਂ ਤਲਾਬ 'ਚ ਨਹਾਉਣ ਗਿਆ, ਤੰਦੂਏ ਨੇ ਪੈਰ ਪਕੜ ਲਿਆ ਹਾਥੀ ਦਾ। ਜਦੋਂ ਪੈਰ ਪਕੜਿਆ, ਤੰਦੂਆ ਜਿਉਂ ਖਿੱਚ ਕੇ ਲੈ ਕੇ ਜਾਣ ਲੱਗਿਆ ਪਾਣੀ ਦੇ ਵਿੱਚ, ਕਿਉਂਕਿ ਤੰਦੂਆ ਪਾਣੀ ਦਾ ਜੀਵ ਹੈ, ਖਿੱਚ ਲੈ ਗਿਆ। ਹਾਥੀ ਦੀ ਕੇਵਲ ਸੁੰਡੇ ਸੁੰਡ ਬਾਹਰ ਰਹਿ ਗਈ। ਫਿਰ ਚੰਗਿਆੜ ਮਾਰੀ ਹਾਥੀ ਨੇ, ਰੱਬ ਨੂੰ ਯਾਦ ਕੀਤਾ। ਇਹ ਭਾਗਵਤ ਗੀਤਾ ਦੇ ਵਿੱਚ ਹੈ, ਭਾਗਵਤ ਵਿੱਚ ਕਥਾ ਹੈ। ਜਦੋਂ ਸੁੰਡ ਰਹਿ ਗਈ ਤਾਂ ਹਾਥੀ ਨੇ ਚੰਗਿਆੜ ਮਾਰੀ, ਹੇ ਅਕਾਲ ਪੁਰਖ ਵਾਹਿਗੁਰੂ ਮੇਰੀ ਸਹਾਇਤਾ ਕਰ। ਮਾਣ ਟੁੱਟ ਗਿਆ, ਉਹਦੀ ਮਾਣ ਟੁੱਟ ਗਿਆ, ਹੰਕਾਰ ਟੁੱਟ ਗਿਆ। ਅਕਾਲ ਪੁਰਖ ਵਾਹਿਗੁਰੂ ਨੇ ਤੰਦੂਏ ਦੇ ਤੰਦ ਕੱਟੇ, ਹਾਥੀ ਨੂੰ ਆਜ਼ਾਦ ਕਰ ਲਿਆ, ਹਾਥੀ ਵਿੱਚ ਬਚ ਗਿਆ। ਇੱਥੇ ਸਤਿਗੁਰੂ ਜੀ ਉਹੀ ਸਮਝਾਉਂਦੇ ਹਨ ਕਿ ਜਿਸ ਤਰੀਕੇ ਦੇ ਨਾਲ ਕਹਿੰਦੇ ਉਸ ਪ੍ਰਭੂ ਦੇ ਅੱਗੇ ਬੇਨਤੀ ਕਰੋ, ਅਰਦਾਸ ਕਰੋ ਕਿ ਹੇ ਅਕਾਲ ਪੁਰਖ ਵਾਹਿਗੁਰੂ, ਜਿਵੇਂ ਤੈਂ ਤੰਦੂਏ ਦੇ ਤੰਦ ਕੱਟ ਕੇ ਹਾਥੀ ਨੂੰ ਬਚਾਇਆ ਸੀ ਤੰਦੂਏ ਤੋਂ, ਮੈਨੂੰ ਵੀ ਵਿਕਾਰਾਂ ਤੋਂ ਬਚਾ, ਬੰਧਨਾਂ ਤੋਂ ਬਚਾ, ਮੇਰੇ ਉੱਤੇ ਵੀ ਕਿਰਪਾ ਕਰ। ਫਿਰ ਤਾਂ ਇੱਕੋ ਇੱਕ ਉਸ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਬੇਨਤੀ ਕਰਨੀ ਚਾਹੀਦੀ ਹੈ। ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਇੱਕ ਹੈ, ਸਰਵ ਵਿਆਪਕ ਹੈ, ਜਿਸ ਨੂੰ ਕੋਈ ਰਾਮ ਕਹਿੰਦਾ, ਅੱਲਾ ਕਹਿੰਦਾ, ਹਰੀ ਕਹਿੰਦਾ, ਗੌੜ ਕਹਿੰਦਾ, ਗੋਬਿੰਦ ਕਹਿੰਦਾ, ਬੇਅੰਤ ਨਾਮ ਹਨ। ਉਸ ਇੱਕ ਨਾਲ ਜੁੜਨਾ, ਉਹਦੇ ਅੱਗੇ ਜੋ ਮਨੁੱਖ ਬੇਨਤੀ ਕਰਦਾ ਹੈ, ਉਹਦੇ ਸਾਰੇ ਬੰਧਨ ਕੱਟੇ ਜਾਂਦੇ ਹਨ ਅਤੇ ਪ੍ਰਭੂ ਸਭ ਤਰ੍ਹਾਂ ਦੇ ਸਾਰੀਆਂ ਚਿੰਤਾਵਾਂ ਵਿੱਚੋਂ ਉਸ ਨੂੰ ਕੱਢ ਲੈਂਦਾ ਹੈ। ਇਸ ਕਰਕੇ ਸਤਿਗੁਰੂ ਜੀ ਇਸ ਪਵਿੱਤਰ ਵਚਨਾਂ ਦੇ ਰਾਹੀਂ ਸਾਨੂੰ ਬਖਸ਼ਿਸ਼ ਕਰਦੇ ਹਨ ਸਾਡੇ ਉੱਤੇ ਕਿ ਹੇ ਭਾਈ, ਆਪਣੀ ਆਤਮਾ ਨੂੰ ਵੀ, ਆਤਮਿਕ ਬਲ ਵੀ ਪ੍ਰਾਪਤ ਕਰੋ। ਜਿੱਥੇ ਸਰੀਰ ਦੀ ਇਤਨੀ ਅਸੀਂ ਗੌਰ ਕਰਦੇ ਹਾਂ, ਉੱਥੇ ਆਪਣੀ ਆਤਮਾ ਦੀ ਵੀ ਗੌਰ ਕਰੋ। ਆਪਣੀ ਆਤਮਾ ਵੱਲ ਵੀ ਦੇਖੋ। ਸਾਡੀ ਆਤਮਾ ਬੜੀ ਕਮਜ਼ੋਰ ਹੈ। ਆਤਮਾ ਨੂੰ ਤਾਕਤ ਜਦ ਮਿਲਦੀ ਹੈ ਜਦੋਂ ਸਾਡੇ ਹਿਰਦੇ ਵਿੱਚ ਪ੍ਰਭੂ ਦਾ ਪਿਆਰ ਪੈਦਾ ਹੁੰਦਾ ਹੈ। ਜਿਉਂ-ਜਿਉਂ ਅਸੀਂ ਗੁਰੂ ਦੀ ਬਾਣੀ ਨੂੰ ਪੜ੍ਹਦੇ ਹਾਂ, ਜਿਉਂ-ਜਿਉਂ ਗੁਰੂ ਦੀ ਬਾਣੀ ਨੂੰ ਸਮਝਦੇ ਹਾਂ, ਤਿਉਂ-ਤਿਉਂ ਸਾਡੇ ਹਿਰਦੇ ਵਿੱਚ ਪ੍ਰਭੂ ਦੀ ਪ੍ਰੀਤ ਪੈਦਾ ਹੁੰਦੀ ਹੈ, ਪ੍ਰਭੂ ਦਾ ਪਿਆਰ ਪੈਦਾ ਹੁੰਦਾ। ਇਹ ਪ੍ਰਭੂ ਦਾ ਪਿਆਰ ਹੀ ਆਤਮਾ ਦੀ ਖੁਰਾਕ ਹੈ। ਆਤਮਾ ਨੂੰ ਤਾਕਤ ਮਿਲਦੀ ਹੈ ਜਦੋਂ ਹਿਰਦੇ ਵਿੱਚ ਪ੍ਰਭੂ ਦਾ ਪਿਆਰ ਪੈਦਾ ਹੁੰਦਾ ਹੈ। ਪਿਆਰ ਪੈਦਾ ਕਰਨਾ ਗੁਰੂ ਨੇ, ਕਿਵੇਂ? ਆਪਣੀ ਬਾਣੀ ਦੇ ਰਾਹੀਂ। ਇਸ ਕਰਕੇ ਗੁਰੂ ਦੀ ਬਾਣੀ ਨੂੰ ਵਿਚਾਰਨਾ ਬਹੁਤ ਜ਼ਰੂਰੀ ਹੈ। ਗੁਰੂ ਦੇ ਸ਼ਬਦ ਨੂੰ, ਗੁਰੂ ਦੀ ਬਾਣੀ ਨੂੰ ਪੜ੍ਹਨਾ, ਗੁਰੂ ਦੀ ਬਾਣੀ ਨੂੰ ਗਾਉਣਾ, ਗੁਰੂ ਦੀ ਬਾਣੀ ਨੂੰ ਵਿਚਾਰਨਾ, ਸਮਝਣਾ। ਜਿਉਂ-ਜਿਉਂ ਸਮਝਦੇ ਜਾਵਾਂਗੇ ਸਾਡੇ ਹਿਰਦੇ ਵਿੱਚ ਪ੍ਰਭੂ ਦਾ ਪਿਆਰ ਪੈਦਾ ਹੋਏਗਾ। ਉਹ ਪਿਆਰ ਹੀ ਆਤਮਾ ਦੀ ਤਾਕਤ ਹੈ। ਆਤਮਾ ਲਈ ਖੂਨ ਹੈ। ਮੰਨ ਲਓ ਜਿਵੇਂ ਆਪਾਂ ਭੋਜਨ ਛਕਦੇ ਹਾਂ ਨਾ, ਉਹ ਭੋਜਨ ਅੰਦਰ ਖੂਨ ਬਣਾਉਂਦਾ, ਤਾਂ ਹੀ ਸਾਡੇ ਅੰਦਰ ਤਾਕਤ ਬਣਦੀ ਹੈ। ਇਸੇ ਤਰੀਕੇ ਨਾਲ ਪ੍ਰਭੂ ਦਾ ਪਿਆਰ ਆਤਮਾ ਲਈ ਖੂਨ ਹੈ, ਆਤਮਾ ਨੂੰ ਖੂਨ ਮਿਲਦਾ ਹੈ। ਇਸ ਕਰਕੇ ਆਤਮਾ ਸਾਡੀ ਮਰੀ ਪਈ ਹੈ। ਸਰੀਰ ਨੂੰ ਬਥੇਰਾ ਪਾਲੀ ਜਾਂਦੇ ਅਸੀਂ, ਜਿੰਨਾ ਮਰਜ਼ੀ ਪਾਲੀ ਜਾਓ, ਇਹਨੇ ਖਤਮ ਹੋ ਜਾਣਾ ਇੱਕ ਦਿਨ। ਇਸ ਕਰਕੇ ਆਤਮਾ ਸਦਾ ਕਾਇਮ ਰਹਿਣ ਵਾਲੀ ਹੈ। ਇਸ ਕਰਕੇ ਆਤਮਾ ਵੱਲ ਵੀ ਧਿਆਨ ਦਿਓ। ਆਤਮਾ ਨੂੰ ਪਰਮਾਤਮਾ ਨਾਲ ਜੋੜ ਕੇ ਰੱਖੋ ਗੁਰੂ ਦੇ ਸ਼ਬਦ ਰਾਹੀਂ। ਸੋ ਇਹ ਵਿਚਾਰ ਸੀ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।